2 नवंबर 1984 को छज्जूपुर में रहने वाले सिख बेदी परिवार को दंगों की बलि चढ़ा दिया गया। हर साल संगत द्वारा 2 नवंबर को शहीदी दिवस के रूप में मनाते हुए संगत द्वारा उनके निवास स्थान पर जो अब खाली प्लॉट है, कैंडल जलाकर वे अरदास लगाकर उनकी आत्मा की शांति के लिए प्रार्थना की जाती है। फिलहाल उस प्लॉट पर असामाजिक तत्वों ने कब्जा कर रखा है, जिसका केस एडवोकेट सुनील वशिष्ठ लड़ रहे हैं। संगत में आए हुए लोगों ने सुनील वशिष्ठ का धन्यवाद करते हुए अपनी बात रखी। ये प्लॉट जो है एक बेदी फैमिली सी सन 1984 2 तरीक ਨੂੰ ਅੱਜ ਦੇ ਦਿਨ ਹੀ 1984 ਨੂੰ ਇੱਥੇ ਇਹ ਸ਼ਹੀਦ ਕੀਤੇ ਗਏ ਸੀਗੇ। ਪੂਰਾ ਪਰਿਵਾਰ ਸੀ, ਪੂਰਾ ਪਰਿਵਾਰ, 2 ਬੇਟੇ, ਮਾਂ ਪਿਓ। ਇਹ ਜਿਹੜਾ ਪਲਾਟ ਦੀ ਜਿਹੜੀ ਰਜਿਸਟਰੀ ਸੀਗੀ, ਇਹ ਉਹਨਾਂ ਦੀ ਜਿਹੜੇ ਬੇਟੀ, ਸਾਡਾ ਉਹ ਬੇਟਾ, ਉਹ ਜਿਹੜਾ ਲੜਕਾ ਸੀ ਉਹਨਾਂ ਦਾ, ਉਹ ਕਰੀਬ ਸਾਡੀ ਉਮਰ ਦਾ ਹੀ ਸੀਗਾ। MSc ਕਰ ਰਿਹਾ ਸੀ ਬੱਚਾ, ਉਹ ਮੈਡੀਕਲ ਕਰ ਰਿਹਾ ਸੀਗਾ ਉਹ ਬੇਟਾ ਜਿਹੜਾ ਉਹਨਾਂ ਦਾ। ਜੋ ਸਾਰੇ ਮਾਰਤੇ ਜਾਂਦੇ, ਉਹ ਜਿਹੜੀ ਪਲਾਟ ਦੀ ਜਿਹੜੀ ਰਜਿਸਟਰੀ ਸੀ ਉਹਨਾਂ ਦੀ ਮਾਂ ਦੇ ਨਾਮ ਸੀਗੀ। ਫਿਰ ਵਾਰਿਸ ਬਣ ਜਾਂਦੇ ਨੇ, ਮਾਂ ਤੋਂ ਬਾਅਦ ਵਾਰਿਸ ਬਣ ਜਾਂਦੇ ਨੇ ਉਹਨਾਂ ਦੇ ਭਰਾ ਵੀ। ਇਹ ਪਲਾਟ ਅਸੀਂ ਦਿੱਲੀ ਕਮੇਟੀ ਜਿਹੜੀ ਹੈਗੀ ਉਸ ਪਲਾਟ ਨੂੰ ਸੰਭਾਲ ਲਿਆ। ਫਿਰ ਕੁਝ ਐਸਾ ਚੱਲਿਆ ਕਿ ਇੱਕ ਬੰਦੇ ਨੇ ਇੱਥੇ ਆ ਕੇ, ਕਿਉਂਕਿ ਪਲਾਟ ਖਾਲੀ ਪਿਆ ਸੀ, ਦਿੱਲੀ ਕਮੇਟੀ ਕੋਲ ਬਹੁਤ ਸਾਰੀ ਪ੍ਰਾਪਰਟੀ ਇਸ ਤਰ੍ਹਾਂ ਦੀ ਹੈਗੀ, ਡਿਸਪਿਊਟਡ ਪ੍ਰਾਪਰਟੀਆਂ, ਕਿ ਜਿਹੜੀਆਂ ਦੇ ਇਸ ਤਰ੍ਹਾਂ ਦੰਗਿਆਂ ਦੇ ਵਿੱਚ ਮਾਰੇ ਗਏ, ਪਰਿਵਾਰ ਮਾਰੇ ਗਏ, ਉਹਨਾਂ ਦੇ ਪਲਾਟ, ਕਈ ਪਲਾਟ ਨੇ ਦਿੱਲੀ ਕਮੇਟੀ ਕੋਲ। ਜੋ ਸਾਡੇ ਕੋਲ ਵੀ ਉਹਦੇ ਕਾਗਜ਼ ਆਏ, ਫਿਰ ਅਸੀਂ ਕੀਤਾ, ਇੱਕ ਬੰਦੇ ਨੇ ਫਿਰ ਕਰਕੇ ਇਹਦੇ ਵਿੱਚ ਇੱਕ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਧੰਨਵਾਦੀ ਹਾਂ ਸੁਨੀਲ ਵਸ਼ਿਸ਼ਟ ਦਾ, ਜਿਸ ਬੰਦੇ ਨੇ ਪੂਰਾ ਸਾਡੇ ਸਮਾਜ ਦੀ ਜੋ ਉਹਨੇ ਸੇਵਾ ਕੀਤੀ, ਉਸ ਬੰਦੇ ਨੇ ਇਹਦਾ ਕੇਸ ਲੜਿਆ ਪੂਰਾ। ਅੱਜ ਥੋੜੇ ਚਿਰ ਦੀ ਸ਼ਾਇਦ ਗੱਲ ਹੈ, ਸ਼ਾਇਦ ਮੇਰਾ ਖਿਆਲ ਹੋਰ 2-4 ਮਹੀਨੇ, 6 ਮਹੀਨੇ ਗੱਲ ਹੈ, ਕਿਉਂਕਿ ਫਿਰ ਪਰਵਿੰਦਰ ਸਿੰਘ ਲੱਕੀ ਹੋਣਾ ਨੇ ਜਦੋਂ ਇਹ ਸਾਰਾ ਕੇਸ ਲੈ ਕੇ ਉਹਨਾਂ ਨੇ ਫਿਰ ਇੱਕ ਕੇਸ ਨਾਲ ਦਿੱਲੀ ਕਮੇਟੀ ਕੋਲ ਲੈ ਗਏ। ਇਹ ਸਾਡੀ ਦਿੱਲੀ ਕਮੇਟੀ ਜਿਹੜੀ ਹੈ ਹੁਣ ਉਹ ਕੇਸ ਲੜ ਰਹੀ ਹੈ ਇਹ ਪਲਾਟ ਦਾ। ਇਹ ਸ਼ਾਇਦ ਮੇਰਾ ਖਿਆਲ ਥੋੜਾ ਚਿਰ ਦੀ ਗੱਲ ਹੈ, ਸ਼ਾਇਦ 2-4 ਸਾਲ ਲੱਗ ਜਾਏ। ਇਹ ਪਲਾਟ ਜਿਹੜਾ ਹੈਗਾ ਇਹ ਤੁਹਾਡੇ ਕੋਲ ਆ ਜਾਏਗਾ ਦਿੱਲੀ ਪ੍ਰਾਇਵੇਟ ਕਿਸੇ ਕੋਲ ਨਹੀਂ, ਦਿੱਲੀ ਕਮੇਟੀ ਗੁਰਦੁਆਰੇ ਕੋਲ ਚਲ ਜਾਏਗਾ ਪਲਾਟ। ਇਹਦੇ ਵਿੱਚ ਆ ਕੇ ਅਸੀਂ ਇੱਥੇ ਜਿੱਦਾਂ ਸਾਡੀਆਂ ਕੋਈ ਫੈਸਿਲਿਟੀ, ਕਿਉਂਕਿ ਸਾਡੀ ਜਗ੍ਹਾ ਬਣ ਸਕਦੀ ਉਹ ਚੀਜ਼ ਇੱਥੇ ਬਣੇਗੀ। ਇੱਕ ਤਾਂ ਪਬਲਿਕ ਜਿਹੜੀ ਹੈਗੀ, ਸਾਰੇ ਗੰਦ ਪਿਆ, ਸਾਰਾ ਉਹਦਾ ਗੰਦ ਖਤਮ ਹੋ ਜਾਏਗਾ। ਤੇ ਦੂਸਰੀ ਗੱਲ ਹੈ ਕਿ ਮੈਂ ਕਈ ਕਿਉਂਕਿ ਤੇ ਪਰਿਵਾਰ ਆਉਂਦੇ ਨੇ, ਦੇਖਦੇ ਪਲਾਟ ਕੋਲ ਹੈ, ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈਗਾ ਪਲਾਟ ਕਿਹਦਾ ਹੈਗਾ। ਅੱਜ ਅਸੀਂ ਇੱਥੇ ਆਉਂਦੇ ਹਾਂ, ਇੱਥੇ ਆ ਕੇ ਅਸੀਂ ਕੈਂਡਲ ਜਲਾਉਣੀ ਹੈ। ਅਸੀਂ ਉਹ ਵਿਛੜੀਆਂ ਰੂਹਾਂ ਜਿਹੜੀਆਂ ਹੈਗੀਆਂ 84 ਦੀਆਂ ਵਿਛੜੀਆਂ ਰੂਹਾਂ, ਅੱਜ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਲਈ ਇੱਕ ਉਹਨੂੰ ਪਤਾ ਲੱਗੇ ਅੱਜ ਉਹਨਾਂ ਦੇ ਘਰ 'ਚ ਇੰਨੀ ਸਿੱਖਾਂ ਦੇ, ਇੰਨੀ ਸੰਗਤ ਦੇ ਚਰਨ ਪਏ ਨੇ, ਉਹਨਾਂ ਦੇ ਘਰ 'ਚ ਜ਼ਰੂਰ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਮਿਲੇਗੀ। ਔਰ ਫਿਰ ਉਦੋਂ ਸ਼ਾਂਤੀ ਮਿਲੇਗੀ ਜਿਸ ਦਿਨ ਉਸ ਪਰਿਵਾਰ ਦੇ ਨਾਮ ਦੇ ਉੱਪਰ ਹੀ ਇਸ ਜਗ੍ਹਾ 'ਤੇ ਕੁਛ ਨਾ ਕੁਛ ਆਪਾਂ ਦਿੱਲੀ ਕਮੇਟੀ ਕੁਛ ਨਾ ਕੁਛ ਕਰੇਗੀ, ਔਰ ਕੁਛ ਨਾ ਕੁਛ ਇੱਥੇ ਜੋ ਸਾਰੀ ਇੱਥੇ ਪਬਲਿਕ ਨੂੰ ਫਾਇਦਾ ਹੋਏਗਾ। ਪਰ ਮੈਂ ਤਾਂ ਬੇਨਤੀ ਵੀ ਕਰਦਾ, ਜਿਹਨਾਂ ਬੰਦਿਆਂ 'ਤੇ ਕਬਜ਼ਾ ਕੀਤਾ, ਅਗਰ ਇੱਜ਼ਤ ਨਾਲ ਜਾਣਗੇ ਤੇ ਬਹੁਤ ਵਧੀਆ ਹੈ, ਨਹੀਂ ਤਾਂ ਕੋਰਟ 'ਤੇ ਜਾਏਗੀ, ਭੇਜੇਗੀ। ਕੋਈ ਕਿਸੇ ਜਗ੍ਹਾ 'ਤੇ ਕਬਜ਼ਾ ਨਹੀਂ ਕਰ ਸਕਦੇ। ਲੇਕਿਨ ਇਹ ਕੰਮ ਹੈਗਾ ਕਿ ਸ਼ਾਇਦ 2-4-6 ਮਹੀਨੇ ਦੀ ਗੱਲ ਹੈ। ਬਾਕੀ ਅਬ ਸੁਨੀਲ ਜੀ ਆਉਣਗੇ, ਹੋਣੀ ਉਹ ਸਾਡੇ ਇੱਥੇ ਐਡਵੋਕੇਟ ਵੀ ਨੇ, ਲੇਕਿਨ ਉਹਨਾਂ ਸਾਰੇ ਪਲਾਟ ਦੇ ਕਾਗਜ਼ ਕੱਢੇ, ਸਭ ਕੁਝ ਕੀਤਾ। ਬਾਕੀ ਤੁਹਾਨੂੰ ਥੋੜ੍ਹੀ ਹੋਰ ਜਾਣਨਾ, ਕਿਉਂਕਿ ਫਿਰ ਲੱਕੀ ਜੀ ਨੇ ਕੇਸ ਆਪਣੇ ਹੱਥ 'ਚ ਲਿਆ, ਔਰ ਫਿਰ ਉਹ ਕੇਸ ਚੱਲ ਕੇ ਅੱਜ ਦਿੱਲੀ ਕਮੇਟੀ ਕੇਸ ਲੜ ਰਹੀ ਹੈ, ਦਿੱਲੀ ਕਮੇਟੀ ਵਕੀਲ ਕੇਸ ਲੜ ਰਹੇ ਨੇ, ਔਰ ਬਾਕੀ ਤੁਹਾਨੂੰ ਲੱਕੀ ਜੀ ਦੱਸਣਗੇ ਸਾਰੇ ਦੇ ਬਾਰੇ, ਉਹ ਤੁਹਾਨੂੰ ਸਮਝਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 2 ਨਵੰਬਰ ਦਾ ਜਿਹੜਾ ਦਿਹਾੜਾ ਹੈਗਾ, ਅਸੀਂ 2 ਨਵੰਬਰ ਦਾ ਦਿਹਾੜਾ ਇੱਕ ਆਮ ਦਿਨਾਂ ਦੀ ਤਰ੍ਹਾਂ ਹੁੰਦਾ ਹੈ, ਪਰ 39 ਸਾਲ ਪਹਿਲੇ ਇਹ ਜੋ 2-4 ਦਿਨ ਭਾਰਤ ਦੇ ਇਤਿਹਾਸ ਦੇ ਅੰਦਰ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਂਦੇ ਹਨ, ਸਿੱਖਾਂ ਵਾਸਤੇ ਖਾਸ ਕਰ, ਕਿਉਂਕਿ ਉਸ ਸਮੇਂ ਦੇ ਅੰਦਰ ਜਿਹੜੇ ਸਿੱਖਾਂ ਨੇ ਇਸ ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਸੀਗੀਆਂ, ਉਹ ਕੁਰਬਾਨੀਆਂ ਨੂੰ ਭੁੱਲਦੇ ਹੋਏ ਇੱਥੇ ਗਲੀ ਮੁਹੱਲੇ ਬੱਸਾਂ ਦੇ ਅੰਦਰ, ਟਰੱਕਾਂ ਦੇ ਅੰਦਰ, ਟੈਕਸੀਆਂ ਦੇ ਅੰਦਰ, ਰੇਲ ਦੇ ਅੰਦਰ ਜਿੱਥੇ ਵੀ ਸਿੱਖ ਦਿਖ ਰਿਹਾ ਸੀ, ਉਹਦੀ ਬੜੇ ਬੇਦਰਦੀ ਦੇ ਨਾਲ ਹੱਤਿਆ ਕੀਤੀ ਜਾ ਰਹੀ ਸੀ। ਨਕਸਲਕੁਸ਼ੀ ਜਿਹਨੂੰ ਬੋਲਦੇ ਆ, ਉਹਨੂੰ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਕੌਮ ਜਿਹੜੀ ਹੈ ਪੂਰੀ ਖਤਮ ਹੋ ਜਾਏਗੀ। ਪਰ ਉਹਨਾਂ ਨੂੰ ਨਹੀਂ ਪਤਾ ਕਿ ਜਦੋਂ ਪੱਤਾ ਸਿੰਘਾਂ ਦਾ ਵੈਰੀ ਸੀਗਾ, ਉਸ ਸਮੇਂ ਵੀ ਇਹ ਕੌਮ ਖਤਮ ਨਹੀਂ ਹੋਈ। ਉਹਨਾਂ ਪੱਤਿਆਂ ਨੂੰ ਖਾ ਕੇ ਜੀਵਿਤ ਰਹਿ ਕੇ ਵੀ ਉਹ ਲੜਦੇ ਸ਼ਹੀਦ ਬੇਸ਼ੱਕ ਹੋ ਗਏ, ਪਰ ਕੌਮ ਦੀ ਉਸਾਰੀ ਕਰਕੇ ਗਏ।
ਅੱਜ ਉਹਨਾਂ ਬੰਦਿਆਂ ਨੂੰ, ਉਹਨਾਂ ਜ਼ਾਲਮਾਂ ਨੂੰ ਸਿੱਖਾਂ ਦੇ ਪਿੱਛੇ ਪਹੁੰਚਾਉਣ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਔਰ ਜਨਰਲ ਸਕੱਤਰ ਸਾਹਿਬ ਜਗਦੀਪ ਸਿੰਘ ਜੀ ਕਾਲੋ ਦੀ ਅਗਵਾਈ ਹੇਠ ਸਾਡੀ ਪੂਰੀ ਲੀਗਲ ਟੀਮ ਜਿਹੜੀ ਹੈ ਉਹਨਾਂ ਨੂੰ ਜੇਲ੍ਹ ਦੀ ਸਿੱਖਾਂ ਦੇ ਪਿੱਛੇ ਕਰਾਉਣ ਵਾਸਤੇ ਦ੍ਰਿੜ ਸੰਕਲਪ ਹੈਗੀ ਹੈ। ਸੱਜਣ ਕੁਮਾਰ ਪਿਛਲੇ 2-2.5-3 ਸਾਲਾਂ ਤੋਂ ਜੇਲ੍ਹ ਦੇ ਸਿੱਖਾਂ ਦੇ ਅੰਦਰ ਹਨ। ਜਗਦੀਸ਼ ਟਾਈਟਰ ਨੂੰ ਬੇਸ਼ੱਕ ਜਿੰਨੀ ਮਰਜ਼ੀ ਜ਼ਮਾਨਤਾਂ ਲੈ ਲੈਣ, ਉਹਨਾਂ ਨੂੰ ਵੀ ਬਹੁਤ ਜਲਦੀ ਜੇਲ੍ਹ ਦੇ ਵਿੱਚ ਜਾਣਾ ਪਏਗਾ। ਕਮਲਨਾਥ ਨੂੰ ਬੇਸ਼ੱਕ ਕਾਂਗਰਸ ਪਾਰਟੀ ਟਿਕਟ ਦੇ ਕੇ ਉਹਨਾਂ ਨੂੰ ਬੇਸ਼ੱਕ ਉਹਨਾਂ ਦੇ ਉੱਤੇ ਅਹਿਸਾਨ ਕਰਦੀ ਰਹੇ, ਪਰ ਸਿੱਖ ਕੌਮ ਜਿਹੜਾ ਹੈ ਆਪਣਾ ਜਿਹੜਾ ਉਹਨਾਂ ਨੇ ਸਾਡੇ ਨਾਲ ਕੀਤਾ ਹੈ ਉਹ ਕਦੀ ਨਹੀਂ ਭੁੱਲੇਗੀ। ਇਹੋ ਜਿਹੇ ਜ਼ਾਲਮਾਂ ਦਾ ਇੱਕ ਨਾ ਇੱਕ ਦਿਨ ਜ਼ਰੂਰ ਜੇਲ੍ਹ ਦੇ ਪਿੱਛੇ ਜਾਣਾ ਪਏਗਾ। ਔਰ ਮੈਂ ਇੱਥੇ ਸਾਡੇ ਵਾਰਡ 41 ਦੀ ਪੂਰੀ ਸੰਗਤ ਇੱਥੇ ਆਈ ਹੈ। ਬਹੁਤ ਸਮਾਂ ਤੱਕ ਇਹ ਜਾਣੂ ਨਹੀਂ ਰਹੇ ਕਿਉਂਕਿ ਸਮਾਂ ਇਸ ਤਰੀਕੇ ਦਾ ਨਿਕਲਦਾ ਚਲਾ ਗਿਆ, ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਇਹ ਪਲਾਟ ਕਿਹਦਾ ਹੈ। ਪਲਾਟ ਬੇਦੀ ਪਰਿਵਾਰ ਜਿਹੜਾ ਕਿ 84 ਦੇ ਦੰਗਿਆਂ ਦੇ ਵਿਚਕਾਰ ਪੂਰਾ ਪਰਿਵਾਰ ਇੱਥੇ ਸ਼ਹੀਦ ਕਰਤਾ ਗਿਆ ਸੀ, ਉਹਨ ਪਰਿਵਾਰ ਦੀ ਯਾਦ ਦੇ ਵਿਚਕਾਰ ਹੈ ਪਲਾਟ ਜਿਹੜਾ ਹੈਗਾ। ਇਹਦੀ ਸੇਵਾ ਸੰਭਾਲ ਜਿਹੜੀ ਹੈ ਬਹੁਤ ਜਲਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾਉਣ ਵਾਲੀ ਹੈ। ਇਹਦੇ ਤੇ ਇਹਦੀ ਸੇਵਾ ਉਹਨੂੰ ਮਿਲ ਜਾਏਗੀ ਕੋਰਟ ਦੇ ਰਾਹੀਂ ਵੀ, ਔਰ ਅਸੀਂ ਵੈਸੇ ਵੀ ਗੱਲਬਾਤ ਕਰ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਰਸਤਾ ਇਹਦਾ ਨਿਕਲ ਕੇ ਔਰ ਅਸੀਂ ਇਸ ਦੀ ਸੇਵਾ ਸੰਭਾਲ ਕਰੀਏ ਔਰ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਣ ਜਾਂ MRI ਸੈਂਟਰ ਬਣਾਈਏ ਜਾਂ ਡਿਸਪੈਂਸਰੀ ਬਣਾਈਏ। ਕੋਈ ਵੀ ਐਸਾ ਕੰਮ ਜਿਹੜਾ ਇਲਾਕੇ ਦੀ ਸੰਗਤ ਵਾਸਤੇ ਵੀ ਜ਼ਰੂਰੀ ਹੋਏਗਾ, ਇਲਾਕੇ ਦੇ ਨਿਵਾਸੀਆਂ ਵਾਸਤੇ ਵੀ ਕੰਮ ਆਏਗਾ। ਅਸੀਂ ਇੱਥੇ ਇਸ ਪਲਾਟ ਦੀ ਸੇਵਾ ਸੰਭਾਲ ਕਰਨੀ ਔਰ ਸਭ ਤੋਂ ਵੱਡਾ ਜਿਹੜਾ ਉਹ ਪਰਿਵਾਰ ਇੱਥੇ ਸ਼ਹੀਦ ਹੋਇਆ ਸੀ ਉਹਨਾਂ ਦੀ ਰੂਹਾਂ ਨੂੰ ਆਤਮਿਕ ਸ਼ਾਂਤੀ ਦੇਣ ਵਾਸਤੇ ਅੱਜ ਇੱਥੇ ਸੰਗਤ ਇੱਥੇ ਪਹੁੰਚੀ ਹੈ। ਅਸੀਂ ਸੰਗਤੀ ਰੂਪ ਵਿੱਚ ਇੱਥੇ ਹੁਣੇ ਅਰਦਾਸ ਕਰਾਂਗੇ। ਅਰਦਾਸ ਕਰਕੇ ਅਸੀਂ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਰੂਹਾਂ ਨੂੰ ਸਕੂਨ ਪਹੁੰਚਾਉਣ ਵਾਸਤੇ ਇੱਥੇ ਕੈਂਡਲ ਜਲਾਈ ਜਾਏਗੀ ਤਾਂ ਕਿ ਉਹਨਾਂ ਨੂੰ ਇਹ ਹੈ ਕਿ ਇਸ ਪਲਾਟ ਦਾ ਵੱਲੀ ਵਾਰਿਸ ਜੋ ਹੈਗਾ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਓਟ ਆਸਰਾ ਲੈ ਕੇ ਇੱਥੇ ਪੂਰੇ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਚਲਾਏ ਜਾਣਗੇ ਔਰ ਉਹਨਾਂ ਦੀ ਕੁਰਬਾਨੀਆਂ ਜਿਹੜੀਆਂ ਨੇ ਉਹ ਬੇਕਾਰ ਨਹੀਂ ਜਾਣਗੀਆਂ। लकी साहब देखने में आ रहा है कि यहाँ पे कब्जा भी किया जा रहा है। ऐसा होता है कि जब कोई जगह खाली होती है तो कोई ना कोई आके उस पर बैठने की कोशिश करता है। मैं ज़्यादा वो नहीं कहूँगा कि पीछे जो भी मेंबर रहे उन्होंने इसकी तरफ ध्यान नहीं दिया कुछ नहीं, क्योंकि अगर ध्यान देते तो शायद ये उस टाइम ही ना हुआ होता। जी जी। तो पर चलो जब भी पता चला जब भी पता चला मैंने अपनी तरफ से कोर्ट की भी कार्रवाई पूरी करी है। DSGMC खुद अपना वकील भी लड़ रही है। DSGMC को पार्टी बनाया, पहले DSGMC पार्टी नहीं थी कोर्ट में। तो अब ये कब्जा करने वालों से इनसे दोनों तरीके से बात हो रही है, वाया कोर्ट भी हो रही है और हमने इनसे वैसे भी म्यूचुअल जो बातचीत है वो जारी रखी है कि अगर ठीक है किसी तरीके से भी जितना भी समय उन्होंने अपना काट लिया जो भी क्राइम था उसको खाली करें, नहीं तो एक ना एक दिन संगत आएगी या कोर्ट का ऑर्डर भी जब भी आएगा उस दिन अपने आप उनको बाहर निकलना पड़ेगा। तो वो ज़्यादा अपमानजनक स्थिति रहेगी उनके लिए। यहाँ पर काम कब से शुरू हो जाएगा, लगभग कब तक? जिस दिन हमारे को पूरी तरीके से कब्जा मिल जाएगा, मैं उनके भाइयों से बात कर रहा हूँ जिनके पास है, चलो किसी भी वजह से उन्होंने करा, जैसे ही वो हट जाएगा इस प्लॉट की सफाई करा के 4 दीवारी करा के यहाँ पे निशान साहब लग जाएगा। उसके बाद जैसे भी दिल्ली कमेटी और इलाके की संगत जो भी निर्णय लेती है कि यहाँ पे क्या बनाया जाए उसको देखते हुए फिर यहाँ की सेवा जो है वो प्रारंभ करती है। हर को श्रद्धांजलि देने के लिए आप इस इलाके से उनके साथ खड़े रहे और जो हक की लड़ाई है वो लड़ी, तो मैं आपको पूरे अपने इलाके की संगत की तरफ से धन्यवाद। और इस चीज़ के लिए भी कि जो आपके अंदर मानवता का जो वो दिल है जो आपके अंदर वो कहीं ना कहीं आपके खून में, आपके बचपनों के खून में जरूर रहा होगा, जो आपने मानवता की सेवा करते हुए कोई नहीं होगा तो परिवार का होने से रखता है। सुनील वशिष्ठ जी, आप ये पूरा केस लड़ रहे हैं, क्या कहेंगे इस केस के बारे में, कहाँ तक पहुँचा है? ये देखो, ये जो बैठा है यहाँ पे गलती बैठा है, इसे समझाया भी था हमने, तो ये नहीं माना, इसने कोर्ट में केस डाल दिया। मुझे पता नहीं था कोर्ट में केस डाल दिया, इसने यहाँ पे एक बोर्ड लगा दिया था कि ये ज़मीन जो है विवादित है। तो जब मैं जाके वहाँ देखा कि कैसे, फिर हमने 110 की एप्लीकेशन लगाई उसमें कि हमें पार्टी बनाया जाए इसमें। तो भगवान का शुक्र है रानू भाई हैं यहाँ पे नहीं है, उन्होंने उनके परिवार वालों को ढूंढ लिया। तो हरिनगर तिलक नगर हम गए, उनके परिवार वालों से मिले, लेकिन किस्मत ऐसी थी कि वो सुरेंद्र जो कुलदीप सिंह बेदी थे जिनका प्लॉट है
जो परिवार इसमें रहता था उनके भाई सिर्फ एक बचे थे, सविंदर सिंह बेदी जी। तो हमने उनके नाम से एप्लीकेशन लगाया, बाई चांस कुदरत ने ऐसा किया कि उनकी डेथ हो गई। फिर हमने उनकी वाइफ के नाम से एप्लीकेशन लगाई सुरेंद्र कौर के वजह से, लेकिन जब तक वो सिरे चढ़ती तब तक उनकी भी डेथ हो गई। उसके बाद जो है हमने उनकी 4 लड़कियों को ढूंढा, वो 4 लड़के हैं, उनका NOC हमने दिया है गुरुद्वारा प्रबंधक कमेटी को। अब गुरुद्वारा प्रबंधक कमेटी से भी वकील आने शुरू हुए और ऊपर वाला चाहेगा तो जल्दी ही इस पर जो है कार्रवाई हो जाएगी। लास्ट डेट है, लास्ट अपॉइंटमेंट दी। अब इसका राइट बंद कर दिया उन्होंने, क्योंकि ये हमारा जो हमने एप्लीकेशन दी थी उसका जवाब नहीं दे पाया और ये इलीगल बैठा है वैसे तो। और इसके खिलाफ FIR भी दर्ज होगी, कन्फर्म होगी FIR भी दर्ज, नहीं मानेगा तो बाकी तो लड़ ही रहे हैं केस को। आज लगभग 39 साल हो गए जी इस केस को। नहीं, केस को लड़ नहीं हुए, केस तो ये जो हादसा हुआ उसको एक्चुअल में जब मेरी पत्नी यहाँ पार्षद थी तब हम यहाँ कमिश्नर को लेके आए थे कि भाई इस प्लॉट पे कुछ बना दिया जाए। तो लेकिन जब हम इसकी सफाई शुरू करी तो यहाँ के कुछ लोग आ गए, वो कहने लगे तो ये प्लॉट हमारा है, ये इसकी फर्द हमारे दादा के नाम है। तो अब ये यहाँ जो पूरा इलाका है वो किसी न किसी के दादा के नाम से फर्द है, किसी ने दाखिल खाई तो किसी ने भी नहीं कराया। तो आज भी आप रेवेन्यू में उठाओगे तो वो फर्द उनके उससे निकलेगी। इसका मतलब थोड़े अब आप खुद बेच रहे हो, फिर बाद में अगर वो परिवार को तुम मार के और तुम मुझे कहोगे हमारे दादा के फर्द है, तो कौन सा तरीका है? तो वो ऊपर वाले ने करा है। मैं तो कहता हूँ जो है उसका शुक्र है ऊपर वाले का कि एक चैन बनती चली गई और वो पता चला और आज हम इस मुकाम पे हैं, सारी संगत यहाँ पे खड़ी है। तो उस परिवार को 4 सदस्य थे उस परिवार में, एक जो बड़ा लड़का था वो मेरे साथ पढ़ता था, बड़ा दुख का कारण था और वो कारण भी यहीं का था, यहीं के लोगों की शायद से जो हुआ है उनके साथ जो कुछ हुआ, वरना नहीं हो सकता था। लेकिन अब हम इसे लड़े हैं, ये मुकाम पे पहुँचने वाला है। ਤੇ ਉਸ ਤੋਂ ਪਹਿਲਾਂ ਇੱਕ ਵਾਰੀ 5 ਵਾਰ ਮੂਲ ਮੰਤਰ ਦਾ ਪਾਠ ਕਰਕੇ ਫਿਰ ਅਰਦਾਸ ਕਰੀਏ ਤਾਂ ਕਿ ਜੋ ਪਰਿਵਾਰ ਵਿਛੜ ਗਿਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ, ਜਗ੍ਹਾ ਦੀ ਸ਼ੁੱਧੀ ਹੋਵੇ। ਜਿਹੜੀ ਸੰਗਤ ਨਾਲ ਬੋਲੇ ਜੀ, ਦਾਸ ਪਹਿਲਾਂ ਬੋਲੇਗਾ ਮਗਰੋਂ ਸੰਗਤ ਬੋਲੇ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ श्री भगवती जी की पातशाही 10वीं। विक्रम भगवती सिमर के गुरु नानक लई ध्याय। तिरंगत गुरदे अमरदास रामदासे होई सहाय। अर्जन हर गोबिंद नूं सिमरो श्री हर राय। श्री हर कृष्ण ध्याई है जो जिथे सब जाए। एक बहादुर सिमरी है घर नाम निध्यावे धाए। सब ठाई होए सहाय। 10वां पातशाह श्री गुरु गोबिंद सिंह साहिब महाराज सब ठाई होए सहाय। 10 पातशाहियां दी आत्मक जोत स्वरूप शब्द अवतार धन श्री गुरु ग्रंथ साहिब जी महाराज सब ठाई होए सहाय। आप जी के पाठ दर्शन दीदार का ध्यान करके बोलो जी वाहिगुरू। आप जी के 5 प्यारियां 14 साहिबजादियां 40 मुक्तियां हटियां जपियां तपियां जिन्हों नाम जपिया वंड छकिया देख चलाई तेग वाही। देख के ढीठ पिता पिना प्यारियां सचियारियां की पवित्र गवाही का ध्यान करके बोलो जी। जिन्हों सिंगा सिंगड़ियां ने
ਧਰਮ ਦੇ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਤਾਏ ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਸਮੂਹ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਜਿਤੇ ਆਵੇ ਚਿਤਾਵੰਤਾ ਸਦਕਾ ਸਰਬ ਸੁਖ ਹੋਵੇ, ਜहाँ जहाँ खालसा जी साहब का अवतार रचिया रियायत, देख देख फतेह विरद की पैद, पंथ की जीत, श्री साहेब की सहाय, खालसा जी के बोल वाले बोलो जी वाहिगुरू। सिक्खी दान, केस दान, रहत दान, विवेक दान, विसाह दान, भरोसा दान, दाना सिरदान, नाम दान, श्री अमृतसर साहिब जी के दर्शन स्नान, चौकियां झंडे बुंगे, जुगो जुग अटल धर्म का जयकार, बोलो जी वाहिगुरू। सिखा दा मन नीवा, मत उच्ची मत करदा रखा वाहिगुरू। हे अकाल पुरख अपने पंथ दे सदा सहाय दातार जीओ। श्री ननकाना साहिब ते होर गुरुद्वारियां गुरु धामां दे जिन्हां तो खालसा पंथ नूं विछोड़िया गया है, तिन्हां दे खुले दर्शन दीदारे ते सेवा संभाल दा दान खालसा पंथ नूं बख्शो जी। हे निमानियां दे मान, नितानियां दे तान, नियोटियां दी ओट अकाल पुरख वाहिगुरू सच्चे पातशाह जी आप जी नूं हाजर नाजर जान के संगती रूप दे विच सच्चे पातशाह सिख पंथ इकट्ठा होया है। सच्चे पातशाह अज के दिन सरदार कुलदीप सिंह बेदी जी के परिवार दे नाल सच्चे पातशाह की हुकूमत वालों की गई तशद्दद जैनोसाइड, सच्चे पातशाह उहदे शिकार होकर शहीद होए सन। इसे थां दे उत्ते सच्चे पातशाह की बड़ा कतलोगार्द होया। उन्हां दी आत्मा नूं शांति बख्शना सच्चे पातशाह जी उन्हां वास्ते संगती रूप में इकट्ठे होकर अरदास की गई है। सच्चे पातशाह जी एक वाहिगुरू अकाल पुरख सच्चे पातशाह अरदास है जी, इस थां दे उत्ते जालमां दा इत्थे ढिड नहीं भरिया। उन्होंने जुल्म करने के बाद उन्होंने इस घर की थां नूं दबण दा भी प्रयास किया जा रहा है। आप की सहाय होवो, किरपा करो सच्चे पातशाह जी, खालसा पंथ के हक में फैसला होए तां जो ये थां संगत के हाथ में आए तो ये संगतां दे नाल समाज के कल्याण वास्ते कोई थां बनाई जा सके। उन्होंने याद आत्मा नूं शांति बख्शना, उन्होंने पंथ नूं चढ़दी कला बख्शना, बल बख्शना, सरबत दे कार ग्रास करने की सेही गुरमत प्यारे मेलो जिन्ना मिला सच्चे पातशाह तेरा नाम जिते आवे सुख होवे। नानक नाम चढ़दी कला।